ਜਾ सब किछ हुक्मै आमदा, सब किछ हुक्मै जाए। जे को मूर्ख आप हो जानै, अंधा अंध कमाए। सब किछ हुक्मै आमदा, सब किछ हुक्मै जाए। जे को मूर्ख आप हो जानै, अंधा अंध कमाए। नानक हुक्म जो गुरमुख बूझै, जिसनो कृपा करे रजाए। महला तीजा। सो जोगी जुगत सो पाए, जिसनो गुरमुख नाम प्राप्त होए। तिस जोगी की नगरी सब को वसै, पेखी जोग न होए। नानक ऐसा विरला को जोगी, जिस कट प्रगट होए। पौड़ी। आपे जंतु पायण, आपे आधार। आपे सूखम भालिया, आपे पासार। आप एकाती होए रहै, आपे वड परवार। नानक मंगै दान हर, संतां रे नार। होर दातार न सुझी, तू देवन हार। नानक मंगै दान हर, संतां रे नार। होर दातार न सुझी, तू देवन हार। सतगुरां दी साजी नवाजी साध संगत जीओ, प्यार नाल रचना पवित्र करो। वाहिगुरु जी का खालसा, वाहिगुरु जी की फतेह। अज दा पवित्र हुक्मनामा सचखंड श्री हरिमंदर साहब तो सतगुरां ने बख्शिश कीता है, जो कि धन धन गुरु अमरदास जी महाराज तीजे गुरु नानक देव जी महाराज की रचना है। राग बिहागड़ा, जो कि एक मस्ती पैदा करता है हिरदे विच। गाउन का समा दिन का 8वां पैर शाम के 9 तो लैके 12 बजे तक। हुक्मनामा सतगुरां दे पावन स्वरूप विच 556 पेज ते सुभायमान है। गुरु महाराज फरमाते हैं, जो कुछ भी आ रहा है दुनिया दे विच, ਉਹਦੇ हुक्म दे विच आ रहा। सब किछ हुक्मे आमदा। जे कोई अज जम्मिया ते ਉਹਦੇ हुक्म करके, जे कोई अज मर जांदा ਉਹ भी ਉਹਦੇ हुक्म च। सब किछ हुक्मे जाए। जे को मूर्ख आपो जाना, अंधा अंध कमाए। जे कोई मूर्ख समझे भी मेरे करके हो रहा, या कोई मूर्ख ਜਦੋਂ ਬੱਚੇ ਦਾ ਜਨਮ ਹੋਇਆ ਤਾਂ ਤੇ ਖੁਸ਼ੀਆਂ ਮਨਾਈਆਂ, ਤੇ ਜਦੋਂ ਮੌਤ ਹੋਈ ਤੇ ਡਿਪਰੈਸ਼ਨ ਚ ਆ ਗਏ। ਕਹਿੰਦੇ ਇਹੋ ਜਿਹੇ ਇਨਸਾਨ, ਉਹਨਾਂ ਨੂੰ ਹਾਲੇ ਗਿਆਨ ਦੀ ਪ੍ਰਾਪਤੀ ਨਹੀਂ ਹੈ। ਮਹਾਰਾਜ ਕਿਰਪਾ ਕਰੇ। ਜੇ ਕੋ ਮੂਰਖ ਆਪੋ ਜਾਣਾ, ਭਈ ਮੇਰੀ ਚੀਜ਼ ਸੀ, ਮੇਰਾ ਪੁੱਤਰ ਸੀ, ਉਹ ਚੜ੍ਹਾਈ ਕਰ ਗਿਆ, ਇਹ ਕਿੱਦਾਂ ਹੋ ਗਿਆ? ਮਹਾਰਾਜ ਕਹਿੰਦੇ ਨੇ ਮੂਰਖ। ਭਈ ਮੇਰੀ ਮੇਰੀ ਕਰਕੇ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਪਛਾਣਿਆ। ਅੰਧਾ ਅੰਧ ਕਮਾਏ, ਉਹ ਹਨੇਰੇ ਦੇ ਵਿੱਚ ਹੀ ਰਹਿੰਦਾ, ਫਿਰ ਕਰਮ ਹਨੇਰੇ ਦੇ ਵਿੱਚ ਕਰਦਾ ਸਾਰੇ। ਨਾਨਕ ਹੁਕਮ ਕੋ ਗੁਰਮੁਖ ਬੂਝੈ, ਜਿਸਨੂੰ ਕਿਰਪਾ ਕਰੇ ਰਜਾਏ। ਜਿਹਦੇ ਤੇ ਕਿਰਪਾ ਹੁੰਦੀ ਹੈ, ਗੁਰਮੁਖ ਹੁਕਮ ਨੂੰ ਬੁੱਝ ਲੈਂਦਾ। ਵੀ ਭਾਈ ਮੈਂ ਵੀ ਤੇ ਨੰਗਾ ਹੀ ਆਇਆ ਸੀ ਦੁਨੀਆ 'ਚ, ਜਾਣਾ ਵੀ ਨੰਗਾ, ਕੁਛ ਨਾਲ ਨਹੀਂ ਲਿਜਾਣਾ ਸੀ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ महाराज ने ਜਦੋਂ 4 ਸਾਹਿਬਜ਼ਾਦੇ ਸ਼ਹੀਦ ਹੋਏ ਆ ਪੰਥ ਵਾਸਤੇ, ਮਨੁੱਖਤਾ ਵਾਸਤੇ, ਉਹਨਾਂ ਨੇ ਇਹੀ ਬਚਨ ਕੀਤੇ ਸੀ
इन पुत्रन के शीस पर वार दिए सुत चार, चार मुए तो क्या हुआ, जीवत कई हजार। देखो किन्नी बिरती उच्ची है। ਅਸੀਂ ਵੀ ਆਪਣੀ ਬਿਰਤੀ ਨੂੰ ਉੱਪਰ ਚੁੱਕੀਏ। ਤੇ ਇਸ ਹੁਕਮਨਾਮੇ ਦੇ ਵਿੱਚ, ਅੱਜ ਦੇ ਪਵਿੱਤਰ ਹੁਕਮਨਾਮੇ ਵਿੱਚ ਮਹਾਰਾਜ ਨੇ ਇੱਕ ਹੋਰ ਗੁੱਜਾ ਭੇਦ ਦੱਸਿਆ। ਜਿਸ ਤਰ੍ਹਾਂ ਜੋਗੀ ਭਗਤੀ ਕਰਦੇ ਸੀ, ਜਾਂ ਅਸੀਂ ਵੀ ਭਗਤੀ ਕਰਦੇ ਹਾਂ, ਤੇ ਰੂਹਾਨੀ ਸ਼ਕਤੀਆਂ ਆ ਜਾਂਦੀਆਂ ਸੁਭਾਵਕ। ਤੇ ਜੋਗੀਆਂ ਦਾ ਕੰਮ ਇਹ ਹੁੰਦਾ ਸੀ ਵੀ ਰੂਹਾਨੀ ਸ਼ਕਤੀਆਂ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਨਾ। ਕੋਈ ਮਰ ਗਿਆ ਉਹਨੂੰ ਜਿੰਦਾ ਕਰ ਦੇਣਾ। ਬਾਬਾ ਰਾਮ ਰਾਏ ਦੇ ਵੀ ਟੈਸਟ ਹੋਏ ਸੀ ਨਾ, ਭਈ ਗਾਂ ਮਰੀ ਹੈ ਉਹਨੂੰ ਜਵਾ ਦੇ, ਤੇ ਉਹ ਜਵਾ ਦਿੰਦੇ ਸੀ ਤੇ ਲੋਕਾਂ ਕੋਲੋਂ ਪੈਸੇ ਠੱਗਦੇ ਸੀ। ਉਹਦਾ ਜ਼ਿਕਰ ਮਹਾਰਾਜ ਨੇ ਅੱਜ ਦੇ ਹੁਕਮਨਾਮੇ ਵਿੱਚ ਕੀਤਾ ਹੈ। ਸੋ ਜੋਗੀ ਜੁਗਤ ਸੋ ਪਾਏ, ਜਿਸਨੂੰ ਗੁਰਮੁਖ ਨਾਮ ਪ੍ਰਾਪਤ ਹੋਏ। ਅਸਲ ਦੇ ਵਿੱਚ ਜੋਗੀ ਉਹ ਹੈ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੀ, ਨਾਮ ਦੀ ਸੋਝੀ ਹੋ ਗਈ। ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਮਹਾਰਾਜ ਫਰਮਾਉਂਦੇ ਹਨ, ਭੁਗਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਜੋਗੀ ਆਪਣੇ ਮੰਤਰ ਪੜ੍ਹ ਕੇ ਸਵਾਸਾਂ ਦੇ ਰਾਹੀਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦੇ ਸੀ। ਤੇ ਭੁਗਤ ਹੁੰਦੀ ਹੈ ਸਾਧ ਸੰਗਤ ਦੀ ਚੂਰਮਾ। ਭੁਗਤ ਗਿਆਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਗੀਆਂ ਨੂੰ ਮਿਲੇ ਜਾ ਕੇ, ਕਹਿੰਦੇ ਭਾਈ ਤੁਸੀਂ ਆਪਣਾ ਜੀਵਨ ਵੇਸਟ ਕਰ ਰਹੇ। ਕਿਉਂਕਿ ਉਹ ਕੀ ਕਰਦੇ ਸੀ ਵੀ ਚੂਰਮਾ ਜਿਹੜਾ ਹੁੰਦਾ ਸੀ, ਆਪਣੇ ਮੰਤਰ ਪੜ੍ਹ ਕੇ, ਯੋਗ ਕਰਕੇ ਉਹ ਚੂਰਮੇ ਨੂੰ ਵਰਤਾਉਂਦੇ ਹੁੰਦੇ ਸੀ ਸਾਰਿਆਂ ਜੋਗੀਆਂ ਦੇ ਵਿੱਚ। ਤੇ ਜਦੋਂ ਵਰਤਾਉਂਦੇ ਸੀ ਤੇ ਇੱਕ ਨਾਦ ਵਜਾਉਂਦੇ ਸੀ, ਸਿੰਘੀ ਵੀ ਕਹਿੰਦੇ ਉਹਨੂੰ। ਉਹ ਜਿੱਦਾਂ ਸਿੰਘ ਹੁੰਦਾ ਨਾ ਜਾਨਵਰ ਦਾ, ਉਹਦੇ ਤੋਂ ਬੰਦਾ ਉਹਨੂੰ ਕਹਿੰਦੇ ਸਿੰਘੀ। ਉਹ ਵਜਾਉਂਦੇ ਹੁੰਦੇ ਸੀ ਵੀ ਕਹਿੰਦੇ ਸੀ ਹੁਣ ਦੇਖੋ ਪਰਮਾਤਮਾ ਦਾ ਨਾਦ ਸੁਣ ਗਿਆ ਸਾਨੂੰ। ਤੇ ਮਹਾਰਾਜ ਨੇ ਕਿਹਾ ਭਈ ਇਹ ਭੇਖ ਹੈ। ਮਹਾਰਾਜ ਫਰਮਾਉਂਦੇ ਹਨ, ਤਿਸ ਜੋਗੀ ਕੀ ਨਗਰੀ ਸਭ ਕੋ ਵਸੈ, ਭੇਖੀ ਜੋਗ ਨਾ ਹੋਏ। ਇਹ ਭਾਈ ਭੇਖ ਨੇ। ਕਿੱਦਾਂ? ਮਹਾਰਾਜ ਨੇ ਕਿਹਾ ਭਈ ਜੇ ਤੁਸੀਂ ਭੁਗਤ ਲੈਣੀ ਹੈ, ਚੂਰਮਾ ਲੈਣਾ, ਉਹ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਹੈ। ਭੁਗਤ ਗਿਆਨ ਦਿਆ ਭੰਡਾਰਨ। ਤੁਹਾਨੂੰ ਕੋਈ ਭੰਡਾਰੀ ਨਹੀਂ ਚਾਹੀਦਾ, ਵਰਤਾਉਣ ਵਾਲਾ ਨਹੀਂ ਚਾਹੀਦਾ, ਦਿਆ ਚਾਹੀਦੀ ਹੈ, ਜਿਹਦੇ ਕਰਕੇ ਸਾਰੀ ਮਨੁੱਖਤਾ ਦਾ ਭਲਾ ਹੋ ਸਕੇ। ਫਿਰ ਜੋਗੀ ਪੁੱਛਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ, ਫਿਰ ਅਸੀਂ ਜਿਹੜੀ ਸਿੰਘੀ ਹੈ ਜਾਂ ਨਾਦ ਹੈ ਉਹ ਕਿਹੜਾ ਵਜਾਈਏ? ਤੇ ਗੁਰੂ ਨਾਨਕ ਦੇਵ ਜੀ ਦਾ ਜਵਾਬ ਸੀ, ਭਾਈ ਘਟ ਘਟ ਵਾਜੇ ਨਾਦ, ਨਾਦ ਤੇ ਵੱਜਦਾ 24 ਘੰਟੇ। ਸੁਣੋ ਉਹਨੂੰ। ਮਹਾਰਾਜ ਦਾ ਜਿਹੜਾ ਇਸ਼ਾਰਾ ਸੀ ਅਨਹਦ ਸ਼ਬਦ ਤੇ ਸੀ, ਅਨਹਦ ਬਾਣੀ ਉਹਦੇ ਤੇ ਸੀ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਭਾਈ ਤੁਸੀਂ ਬਾਹਰਲੇ ਨਾਦ ਵਜਾਉਂਦੇ ਹੋ, ਜਿਹੜਾ ਅੰਦਰ ਨਾਦ ਵੱਜ ਰਿਹਾ 24 ਘੰਟੇ, ਉਹ ਤੇ ਤੁਸੀਂ ਸੁਣਦੇ ਹੀ ਨਹੀਂ। ਇਹ ਜਿਹੜੀ ਸਾਧ ਸੰਗਤ ਜੀ ਬੜੀ ਇੱਕ ਭੇਦ ਭਰੀ ਗੱਲ ਆ, ਜਿਹਨੂੰ ਸਮਝਣ ਦੀ ਲੋੜ ਆ। ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਹੈ ਸ਼ਬਦ ਰੂਪ ਦੇ ਵਿੱਚ। ਆਪੇ ਸ਼ਬਦ, ਆਪੇ ਨਿਸ਼ਾਨ, ਆਪੇ ਸੁਰਤਾ, ਆਪੇ ਜਾਨ, ਆਪੇ ਕਰ ਕਰ ਵੇਖੇ ਤਾਨ। ਉਸ ਸ਼ਬਦ ਨੂੰ ਅਸੀਂ ਸੁਣਨਾ, ਉਹਨੂੰ ਸੁਣਨੇ ਨੂੰ ਹੀ ਵਾਹਿਗੁਰੂ ਦੀ ਪ੍ਰਾਪਤੀ ਗੁਰਬਾਣੀ ਮੰਨਦੀ ਆ। ਪਰ ਜਦੋਂ ਸ਼ਬਦ ਦੇ ਵਿੱਚ ਸਾਡੀ ਸੁਰਤ ਜੁੜਦੀ ਆ ਤੇ ਉਦੋਂ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਪ੍ਰਗਟ ਹੋ ਜਾਂਦੀ ਹੈ। ਸੋ ਮਹਾਰਾਜ ਫਰਮਾਉਂਦੇ ਹਨ, ਭਾਈ ਜੋਗੀਓ, ਭੇਖਾਂ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਣੀ। ਨਾਨਕ ਐਸਾ ਵਿਰਲਾ ਕੋ ਜੋਗੀ, ਜਿਸ ਘੱਟ ਪ੍ਰਗਟ ਹੋਏ, ਜਿਹੜੇ ਆਪਣੇ ਅੰਦਰ ਵਾਹਿਗੁਰੂ ਨੂੰ ਪ੍ਰਗਟ ਕਰ ਲਿਆ, ਸ਼ਬਦ ਸੁਣ ਲਿਆ, ਨਾਦ ਸੁਣ ਲਿਆ। ਸਾਧ ਸੰਗਤ ਜੀ, ਬਾਬਾ ਅਟਲ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਸਨ, ਰਿੱਧੀਆਂ ਸਿੱਧੀਆਂ ਦੇ ਮਾਲਕ। ਉਹਨਾਂ ਦਾ ਇੱਕ ਦੋਸਤ ਹੁੰਦਾ ਸੀ ਮੋਹਨ, ਉਹਦੇ ਨਾਲ ਉਹ ਕੁਝ ਖੇਡਾਂ ਖੇਡਦੇ ਸਨ। ਤੇ ਇੱਕ ਦਿਨ ਮੋਹਨ ਦੀ ਮੌਤ ਹੋ ਗਈ ਕਿਉਂਕਿ ਸੱਪ ਨੇ ਡਸ ਲਿਆ। ਤੇ ਜਦੋਂ ਬਾਬਾ ਅਟਲ ਨੂੰ ਪਤਾ ਲੱਗਾ, ਇਹ ਗਏ ਆ ਉੱਥੇ, ਤੇ ਕਹਿੰਦੇ ਮੋਹਨ ਉੱਠ ਭਾਈ,
ਮਾਪਿਆਂ ਨੇ ਕਿਹਾ ਭਈ ਮੋਹਨ ਦੀ ਮੌਤ ਹੋ ਗਈ ਹੈ, ਉੱਠ ਨਹੀਂ ਸਕਦਾ ਹੁਣ, ਨਹੀਂ ਉੱਠੇਗਾ। ਤੇ ਸਾਧ ਸੰਗਤ ਜੀ, ਇਤਿਹਾਸ ਗਵਾਹ ਹੈ ਭਈ ਮੋਹਨ ਜੀਉ ਪਿਆ, ਖੜਾ ਹੋ ਗਿਆ। ਕਹਿੰਦੇ ਬਾਬਾ ਅਟਲ, ਚਲੋ ਆਪਾਂ ਜਿਹੜੀ ਸਾਡੀ ਕੱਲ ਦੀ ਖੇਡ ਬਚੀ ਸੀ ਉਹਨੂੰ ਪੂਰਾ ਕਰੀਏ ਅੱਜ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਤਾ ਲੱਗਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਅਟਲ ਨੂੰ ਬੁਲਾਇਆ ਤੇ ਕਿਹਾ ਭਾਈ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲ ਰਿਹਾ, ਸਭ ਕੁਝ ਹੁਕਮੇ ਆਮਦਾ, ਸਭ ਕੁਝ ਹੁਕਮੇ ਜਾਏ, ਤੂੰ ਇਹ ਕੀ ਕੀਤਾ? ਬਾਬਾ ਅਟਲ, ਉਹਨਾਂ ਨੂੰ ਸਮਝ ਆ ਗਈ, ਗਿਆਨ ਪ੍ਰਾਪਤ ਹੋਇਆ। ਬਾਬਾ ਅਟਲ ਚੁੱਪ ਚਪੀਤੇ ਦਰਬਾਰ ਸਾਹਿਬ ਦੇ ਬਿਲਕੁਲ ਕੋਲ ਸਰੋਵਰ ਸੀ, ਉੱਥੇ ਜਾ ਕੇ ਲੇਟ ਗਏ ਤੇ ਆਪਣੇ ਪ੍ਰਾਣ ਤਿਆਗ ਕਰਤੇ। ਉੱਥੇ ਅੱਜ ਗੁਰਦੁਆਰਾ ਹੈ ਬਾਬਾ ਅਟਲ, ਕਿਉਂਕਿ ਬਾਬਾ ਅਟਲ ਦੀ ਉਮਰ 9 ਸਾਲ ਦੀ ਸੀ ਤੇ ਉਹ ਗੁਰਦੁਆਰੇ ਦੀ ਵੀ ਜਿਹੜੀਆਂ ਮੰਜ਼ਲਾਂ 9 ਮੰਜ਼ਲਾਂ ਨੇ, ਉਹਨਾਂ ਦੀ ਯਾਦ ਵਿੱਚ। ਤੋ ਸਾਧ ਸੰਗਤ ਜੀ, ਗੁਰੂ ਮਹਾਰਾਜ ਫਰਮਾਉਂਦੇ ਹਨ, ਭੁਗਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਭਾਈ ਰਿੱਧੀਆਂ ਸਿੱਧੀਆਂ ਵਿਵਰਜਿਤ ਨੇ ਸਿੱਖ ਧਰਮ ਦੇ ਵਿੱਚ। ਤਾਂ ਹੀ ਮਹਾਰਾਜ ਨੇ ਕਿਹਾ, ਖਣਿਓ ਤੀਖੀ ਵਾਲੋਂ ਨੇਕੀ ਏਤ ਮਾਰਗ ਜਾਣਾ। ਜਦੋਂ ਰਿੱਧੀਆਂ ਸਿੱਧੀਆਂ ਹੁੰਦੀਆਂ ਨਾ, ਲੋਕੀ ਦਿਖਾਈ ਦਿੰਦੇ। ਇੱਕ ਮੈਂ ਸੁਣਿਆ ਕਿਸੇ ਸਿੰਘ ਬਾਰੇ, ਉਹ ਦੁੱਧ ਨੂੰ ਪਾਣੀ ਬਣਾ ਦਿੰਦਾ, ਪਾਣੀ ਨੂੰ ਦੁੱਧ ਬਣਾ ਦਿੰਦਾ, ਬੜਾ ਦਿਖਾਉਂਦਾ ਆਪਣੇ ਆਪ ਨੂੰ, ਪਰ ਆਪਣਾ ਜੀਵਨ ਵਿਅਰਥ ਕਰਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਤਾਂ ਹੀ ਇਹ ਜਿਹੜਾ ਮਾਰਗ ਹੈ ਵਿਖੜਾ। ਜਿਸ ਤਰ੍ਹਾਂ ਅਸੀਂ ਭਗਤੀ ਕਰਾਂਗੇ, ਰਿੱਧੀਆਂ ਸਿੱਧੀਆਂ ਪਿੱਛੇ ਲੱਗਣਗੀਆਂ, ਫਿਰ ਬੰਦਾ ਹੰਕਾਰ ਚ ਆ ਜਾਂਦਾ। ਤਾਂ ਹੀ ਮਹਾਰਾਜ ਨੇ ਕਿਹਾ ਵੀ ਔਖਾ ਮਾਰਗ ਹੈ, ਵਾਲੋਂ ਨਾਲੋਂ ਵੀ ਨਿੱਕਾ, ਖੰਡੇ ਨਾਲੋਂ ਵੀ ਤਿੱਖਾ। ਪਹਿਲੇ ਤੇ ਭਗਤੀ ਕਰਨੀ ਔਖੀ ਹੈ, ਜਦੋਂ ਭਗਤੀ ਕਰੋ ਰਿੱਧੀਆਂ ਸਿੱਧੀਆਂ ਪਿੱਛੇ, ਫਿਰ ਔਖਾ ਜਿਉਣਾ। ਲੋਕੀ ਤੰਗ ਕਰਦੇ ਆ, ਆਪ ਹੀ ਆਪਣਾ ਦਿਖਾਣਾ ਚਾਹੁੰਦਾ ਇਨਸਾਨ। ਸੋ ਗੁਰੂ ਮਹਾਰਾਜ ਫਰਮਾਉਂਦੇ ਹਨ, ਭਾਈ ਸਾਰੀ ਦੁਨੀਆ ਅਕਾਲ ਪੁਰਖ ਦੀ ਖੇਡ ਹੈ, ਆਪੇ ਜੰਤ ਉਪਾਇਨ ਆਪੇ ਆਧਾਰ। ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ, ਉਹੀ ਆਧਾਰ ਹੈ ਸਾਰੇ ਜੀਆਂ ਦਾ। ਆਪੇ ਸੂਖਮ ਭਾਲੀ ਹੈ, ਆਪੇ ਪਸਾਰ। ਸੂਖਮ ਵੀ ਆਪ ਹੈ ਤੇ ਜਿਹੜਾ ਪਸਾਰਾ ਉਹ ਵੀ ਆਪ ਹੈ। ਆਪ ਇਕਾਤੀ ਹੋਏ ਰਹੇ, ਆਪੇ ਵੱਡ ਪਰਿਵਾਰ। ਜਦੋਂ ਦਿਲ ਚਾਹੁੰਦਾ ਉਹਦਾ, ਕੱਲਾ ਹੀ ਕੱਲਾ ਹੋ ਜਾਂਦਾ, ਕੱਲਾ। ਤੇ ਜਦੋਂ ਦਿਲ ਕਰਦਾ ਤੇ ਵੱਡਾ ਪਰਿਵਾਰ ਬਣਾ ਲੈਂਦਾ। ਭਾਵ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਦਿਲ ਕਰਦਾ, ਸ੍ਰਿਸ਼ਟੀ ਨੂੰ ਬਣਾ ਦਿੰਦਾ। ਜਦੋਂ ਬੋਰ ਹੋ ਜਾਂਦਾ ਜਾਂ ਦਿਲ ਨਹੀਂ ਕਰਦਾ, ਸਾਰੀ ਸ੍ਰਿਸ਼ਟੀ ਨੂੰ ਸਮੇਟ ਕੇ ਕਲਮ ਕਲਮ। ਇਹ ਵਾਹਿਗੁਰੂ ਦੀ ਖੇਡ ਹੈ। ਨਾਨਕ ਮੰਗੇ ਦਾਨ ਹਰ ਸੰਤਾਂ ਰੇਨਾਰ। ਰੇਨਾਰ ਮੈਨੇ ਚਰਨਾਂ ਦੀ ਧੂੜ। ਨਾਨਕ ਇੱਕ ਦਾਨ ਮੰਗਦਾ ਹੈ ਅਕਾਲ ਪੁਰਖ ਵਾਹਿਗੁਰੂ, ਤੇਰੀ ਖੇਡ ਦੇ ਵਿੱਚ ਮੈਂ ਵੀ ਇੱਕ ਐਕਟਰ ਹਾਂ, ਮੈਂ ਵੀ ਆਪਣੀ ਖੇਡ ਖੇਡਦਾ, ਪਰ ਮੇਰੀ ਖੇਡ ਸੱਚੇ ਪਾਤਸ਼ਾਹ ਮੈਨੂੰ ਪਤਾ ਵੀ ਮੇਰੇ ਖੇਡਿਆਂ ਕੋਈ ਗੱਲ ਬਣਨੀ ਨਹੀਂ, ਮੈਂ ਜੀਵਨ ਦੀ ਬਾਜੀ ਜਿੱਤਣੀ ਨਹੀਂ। ਮੈਨੂੰ ਸੰਤਾਂ ਦੀ ਧੂੜ ਦੇ ਦੇ, ਗੁਰਮੁਖ ਪਿਆਰਿਆਂ ਦੀ ਧੂੜ ਦੇ ਦੇ। ਹੋਰ ਦਾਤਾਰ ਨਾ ਸੁਝੀ ਤੂੰ ਦੇਵਨਹਾਰ। ਕੋਈ ਹੋਰ ਦਾਤਾਰ ਨਹੀਂ ਭਾਈ, ਅਕਾਲ ਪੁਰਖ ਵਾਹਿਗੁਰੂ ਤੂੰ ਹੀ ਦੇਵਨ ਵਾਲਾ। ਕਿਰਪਾ ਕਰ, ਸੰਤਾਂ ਦੀ ਧੂੜ ਦੇ, ਨਿਮਰਤਾ ਬਖਸ਼, ਕਿਉਂਕਿ ਨਿਮਰਤਾ ਹੀ ਇੱਕ ਭਾਂਡਾ ਹੈ ਜਿਹਦੇ ਵਿੱਚ ਨਾਮ ਸਮਾਉਂਦਾ ਹੈ, ਵਾਹਿਗੁਰੂ ਦਾ ਪਿਆਰ ਸਮਾਉਂਦਾ। ਭਾਂਡਾ ਪਾਓ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਜਿਨ ਕੋ ਨਦਰ ਕਰਮ ਤਿਨਕਾਰ। ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਉਹਨਾਂ ਦੀ ਕਾਰ ਹੈ ਭਾਈ। ਇਹਨਾਂ ਦੇ ਕੰਮ ਇਹੋ ਜਿਹੇ ਹੁੰਦੇ ਆ। ਭੁੱਲਾਂ ਚੁੱਕਾਂ ਦੀ ਮਾਫੀ। ਬਾਕੀ ਦਾ ਸਮਾਂ ਅਸੀਂ ਅੰਗਰੇਜ਼ੀ ਦੇ ਵਿੱਚ ਵਿਚਾਰ ਕਰਨਾ ਹੈ। Today's ਹੁਕਮਨਾਮਾ is a blessing from Sachkhand Sri Harmandir Sahib in Raag Bihagra, which creates the sedative mood. Recommended time for recitation of Shabad in Raag Bihagra is 9 p.m., which is the 8th pair of the day. Composition of Dhan Dhan Guru Amar Das Ji Maharaj, the 3rd Guru Nanak Dev Ji. You can find the Hukamnama on Ang 556 of Dhan Dhan Shri Guru Granth Sahib Ji Maharaj. In today's Hukamnama, Guru Maharaj reveals that we have been born in this world by Vaheguru's Hukam. Try and remember where you were before this life. I can't. We did not pray to Vaheguru, or we did not ask for
this human life. It all is happening in Vaheguru's hukam. Sab kich hukme aamda. Hukam means will, order. Aamda means being created, being born. Sab kich hukme jaye. In Vaheguru's hukam, everything is perishing. People are coming, people are going. They are being born, they are dying. Je ko मूर्ख आपो जाना है, अंधा अंध कमाए. If someone has a question about Vaheguru's hukam, why someone has died, then Guru Maharaj is saying that person is lacking the wisdom, is still ignorant. Andha, andh kamaye. Andha means blind. Blind by the mind. Nanak Gurmukh, Nanak hukam ko Gurmukh bujha, jisnu kirpa kare rajaye. Those who pray to Satguru, they understand Vaheguru's hukam and order. Now Guru Maharaj in the second verse talks about the yogis who were trying to disrupt Vaheguru's hukam, go against Vaheguru's hukam by attaining spiritual powers. Satsanga ji, Baba Atal, he was son of Dhan Dhan Guru Hargobind Sahib Maharaj, the sixth Guru. He had done so much bhakti, so much simran, he had acquired some riddhiyan siddhiyan, the spiritual powers. And he was instructed not to use these riddhiyan siddhiyan because these yogis, they used to attain riddhiyan siddhiyan and revive people from dead. Those people who had died, people used to ask yogis to revive their relatives so they could live for a bit longer. Similarly, Baba Atal, he used to play with one of his friends, Mohan. Whilst one day they were playing, they finished the game, they half finished the game, and it was evening time, they could not finish the game. Mohan was bitten by a snake and he passed away. When Baba Atal found out next day that his friend has passed away, he went to his house and said, Mohan, you have to wake up. You cannot leave this world without finishing our game. And Satsanga ji, Mohan, he just got up. Dhan Dhan Guru Hargobind Sahib Maharaj, he said to Baba Atal, he summoned him and said, Riddhiyan Siddhiyan are against Vaheguru's hukam. Although Riddhiyan Siddhiyan is the blessing given by Akal Purakh Vaheguru, but we cannot use Riddhiyan Siddhiyan for our selfishness, to earn money, or for our own interest. Yes, in Guru Sahib's life, Guru Maharaj has used Riddhiyan Siddhiyan to direct people on the true path. That is different. But Baba Atal, you have done something wrong here. You have gone against Vaheguru's hukam, and you have to pay it back. Baba Atal understood the message. He just walked away and he lied on the ground next to the Sarovar, next to the lake. And he gave up his life. That is another Riddhi Siddhi where people can just give up their life on their own will whenever they want. Satsanga ji, in Baba Atal's memory, next to Harmandir Sahib, there is a Gurdwara called Baba Atal, and you can see it from the Prakarma. It's a 9-story building made in remembrance of Baba Atal, who was 9-year-old. And building was constructed by Dhan Dhan Guru Hargobind Sahib Maharaj, in appreciation that Baba Atal understood the message of Gurbani, understood the message of Akal Purakh Vaheguru. So Guru Maharaj tells the yogi, just by Pek means outside appearance, you cannot please Vaheguru. So jogi jugat so paye, jisnu Gurmukh naam prapat huwa. Naam prapat hoye.
That person is a true yogi who knows the jugat. Jugats mean method, the way. What is the way? Become a Gurmukh. जिसनो गुरमुख नाम प्राप्त होवे. By being Gurmukh, he understands Vaheguru's naam, Vaheguru's hukam, Vaheguru's order, Vaheguru's divine principles. Who has realized Akal Purakh Vaheguru within, who has heard and experienced the Anhad Naad within the body, within the mind. सुन समाद अहनत नाद कहन न जाई अचरज बिस्माद. तिन देखिया जिस आप दिखाए नानक तिस जन सोझी पाए. In this body there is absolute sun samad, which means Vaheguru is in trance within our mind. Sun samad ahnat tahnad, and ahnat nad, the anhat nad, is vibrating within ourselves. That represents Vaheguru, Vaheguru's naam. Sun samad ahnat tahnad kahan na jai acharaj bishmad. Those who experience it is so wonderful, you cannot tell how amazing it is. Kahan na jai acharaj bishmad. Tin dekhya jis aap dikhaye. Only those people who are humble, those people who are kind, those people who are truthful, they experience this. ऐदा नहीं मिलता. सब गुण तेरे में ना ही कोई, विन गुण कीते भगत ना होए. जद तक दया दा गुण, सत दा गुण, संतोख दा गुण नहीं आंदा हिरदे च, नाम दी प्राप्ति नहीं हो सकती. सो महाराज फरमांदे हन, all the creation is Vaheguru's drama. Ape jant upayan, ape adhar. Vaheguru has created all the living beings. Jant, ape adhar. He himself is the foundation. Adhar means basis, foundation. Without Vaheguru, nothing can sustain. So sukham paliya. Ape sukham paliya. Sukham means minute, subtle. Vaheguru is very minute. From minute, Vaheguru has expanded into the great universe. Ape pasar. Pasar means expansion. Ape ekati hoye raha. Ekati means by himself. Ek, apne aap. Ape ekati hoye raha. Ape vad parvar, by himself. If he wishes so, he becomes a big family. Vad parvar. Nanak mange daan har santa renar. Now this is the advice for everyone today. Nanak begs for one blessing, Vaheguru. Nanak mange daan har. Daan means blessing. Santa renar, make me renar, feet dust of the Gurmukh pyare. Hor datar na sujai tu devanhar. There is no one else who is the datar, the giver. Na sujai, I can't think of anyone else who is the great giver as you. Tu devanhar, you are the only giver. Satsanga ji, in the Hukamnama, if I had to sum it up, we should beg for Nimarta, humility. Humility is a vessel to contain Vaheguru's naam, Vaheguru's love, Vaheguru's pyar, Vaheguru's virtues. Panda pao, panda means vessel, referring to mind. Panda pao amrit titatal. Then we receive the Amrit Naam. Kadiya Shabad Sachi Taksal. Taksal means the mint, where they make the coins. When we practice the Shabad of Guru and experience the Shabad within, then we are truly making the true wealth. We are generating the true wealth which is going to help us in this life and the next life. Kadiya Shabad Sachi Taksal, Jinko Nadar Karam Tinkar. Nadar means glance. Upon whom Vaheguru showers the merciful glance, they acquire the true wealth within. So Satsanga ji, Puna Chukani Maafi.
ਪਿਆਰ ਨਾਲ ਫਤਿਹ ਸਾਂਝੀ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ